प्यारे बच्चों, मैं सुखविंदर सिंह साइंस मास्टर सरकारी सीनियर सैकेंडरी स्कूल मंडी अमीनगंज। ਅੱਜ ਆਪਾਂ 10ਵੀਂ ਜਮਾਤ ਦਾ ਪਾਠ ਚੌਥਾ ਕਾਰਬਨ ਅਤੇ ਇਸ ਦੇ ਯੌਗਿਕ ਪੜ੍ਹਾਂਗੇ। ਇਸ ਪਾਠ ਬਾਰੇ ਅਸੀਂ ਕਾਰਬਨ ਬਾਰੇ ਜਾਣਾਂਗੇ। ਜਿਵੇਂ ਕਿ ਅਸੀਂ 9ਵੀਂ ਸ਼੍ਰੇਣੀ ਵਿੱਚ ਪਹਿਲਾਂ ਹੀ ਜਾਣਦੇ ਹਾਂ ਕਿ ਅਸੀਂ ਵੱਖ-ਵੱਖ ਤੱਤਾਂ ਬਾਰੇ ਪੜ੍ਹ ਚੁੱਕੇ ਹਾਂ। ਅਸੀਂ ਉਹਨਾਂ ਦੀ ਪਰਮਾਣੂ ਸੰਖਿਆ, ਪਰਮਾਣੂ ਪੁੰਜ ਬਾਰੇ ਵੀ 9ਵੀਂ ਜਮਾਤ ਵਿੱਚ ਪੜ੍ਹ ਚੁੱਕੇ ਹਾਂ। ਆਓ ਕਾਰਬਨ ਬਾਰੇ ਜਾਣਦੇ ਹਾਂ। प्यारे बच्चों, कार्बन की परमाणु संख्या 6 होंगी है तो इसका परमाणु पुंज 12 होंगे है। कार्बन के 6 ही प्रोटॉन होंगे ने तो 6 ही न्यूट्रॉन होंगे ने। तो असी कार्बन नूं सी के संकेत नाल लिखते हैं, जिन्हों असी पहलों तो ही 9वीं क्लास में पढ़ चुके हैं। हुण असी ये देखते हैं कि कार्बन सानूं धरती के उपर किहड़े-किहड़े रूपों च मिलता है। कार्बन के सानूं 3 रूप मिलते हैं, हीरा, ग्रेफाइट ते बकमिंस्टर फ्लोरीन। हीरे दे विच की हुंदा है कि जिहड़े अपने कोल हीरे दे विच एक कार्बन है वो अगे 4 होर कार्बन दे नाल जुड़िया हुंदा है। हरेक कार्बन अगे 4 होर कार्बन दे नाल जुड़िया हुंदा है। जिवें तुसीं चित्र दे विच देख रहे हो, इस तरह एक स्ट्रक्चर तैयार हुंदी है। हीरे दे विच हरेक कार्बन किन्ने कार्बन जुड़िया हुंदा है? 4 कार्बन नाल। ते इसे तरह ही जिहड़ा ग्रेफाइट हुंदा है, इस विच अजिहा नहीं हुंदा। ग्रेफाइट दे विच जिहड़ी कार्बन दे जिहड़े परमाणु ने उन्हां दी जिहड़ी स्ट्रक्चर है ਉਹਦੇ ਵਿੱਚ ਕੀ ਹੁੰਦਾ ਹੈ ਕਿ ਹਰੇਕ ਕਾਰਬਨ ਅੱਗੇ 3 ਪਰਮਾਣੂਆਂ ਨਾਲ, ਕਾਰਬਨ ਦੇ ਪਰਮਾਣੂ ਨਾਲ ਜੁੜਿਆ ਹੁੰਦਾ ਹੈ। ਇਸ ਤਰ੍ਹਾਂ ਉਹ ਹੈਕਸਾਗੋਨਲ ਸ਼ੀਟਾਂ ਬਣਾ ਲੈਂਦਾ ਹੈ। ਹੈਕਸਾਗੋਨਲ ਮਤਲਬ ਕਿ ਜਿਹਦੇ 6 ਪਾਸੇ ਹੁੰਦੇ ਨੇ, ਇਸ ਤਰ੍ਹਾਂ ਦੀਆਂ ਉਹ ਸ਼ੀਟਾਂ। ਇਹ ਜਿਹੜੀਆਂ ਸ਼ੀਟਾਂ ਨੇ ਇਹ ਤਹਿਦਾਰ ਇੱਕ ਸ਼ੀਟ ਦੇ ਉੱਪਰ ਦੂਸਰੀ ਸ਼ੀਟ ਜੁੜੀ ਹੁੰਦੀ ਹੈ, ਜਿਸ ਕਰਕੇ ਜਿਹੜਾ ਗ੍ਰੇਫਾਈਟ ਹੈ ਇਹ ਹੀਰੇ ਨਾਲੋਂ ਨਰਮ ਹੁੰਦਾ ਹੈ। ਤੇ ਇਸ ਦੀ ਤੀਸਰੀ ਜਿਹੜੀ ਆਪਣੇ ਕੋਲ ਫਾਰਮ ਹੈ, ਇੱਕ ਫੁੱਟਬਾਲ ਵਰਗੀ ਸਟਰਕਚਰ ਹੁੰਦੀ ਹੈ। ਇਹਦੇ ਵਿੱਚ ਪੈਂਟਾਗੋਨਲ ਤੇ ਹੈਕਸਾਗੋਨਲ 2 ਤਰ੍ਹਾਂ ਦੀਆਂ ਸਟਰਕਚਰ ਹੁੰਦੀਆਂ ਨੇ। ਪਿਆਰੇ ਬੱਚਿਓ, ਅਸੀਂ ਹੁਣ ਕਾਰਬਨ ਦੀ ਇਲੈਕਟ੍ਰੋਨਿਕ ਸੰਰਚਨਾ ਬਾਰੇ ਜਾਣਦੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਕਾਰਬਨ ਹੁੰਦਾ ਹੈ, ਇਸ ਦੇ ਪਹਿਲੇ ਸ਼ੈਲ ਦੇ ਵਿੱਚ 2 ਇਲੈਕਟ੍ਰੋਨ ਹੁੰਦੇ ਨੇ ਤੇ ਬਾਹਰਲੇ ਸ਼ੈਲ ਦੇ ਵਿੱਚ 4 ਇਲੈਕਟ੍ਰੋਨ ਹੁੰਦੇ ਨੇ। ਤੇ ਜਿਹੜੇ ਬਾਹਰਲੇ ਸ਼ੈਲ ਦੇ ਵਿੱਚ 4 ਇਲੈਕਟ੍ਰੋਨ ਹੁੰਦੇ ਨੇ, ਇਹਨਾਂ ਇਲੈਕਟ੍ਰੋਨ ਦੇ ਨਾਲ ਹੀ ਜਿਹੜਾ ਕਾਰਬਨ ਹੈ ਇਹ ਦੂਸਰੇ ਤੱਤਾਂ ਦੇ ਪਰਮਾਣੂਆਂ ਨਾਲ ਬੰਧਨ ਬਣਾ ਸਕਦਾ ਹੈ। ਤੇ ਇਸ ਕਰਕੇ ਜਿਹੜੇ ਬਾਹਰਲੇ ਸ਼ੈਲ ਦੇ ਇਲੈਕਟ੍ਰੋਨ ਨੇ ਇਹਨਾਂ ਨੂੰ ਸੰਯੋਜਨ ਇਲੈਕਟ੍ਰੋਨ ਕਿਹਾ ਜਾਂਦਾ ਹੈ। ਜਿਹੜੇ ਤੁਸੀਂ ਹੁਣ ਰੈੱਡ ਕਲਰ ਦੇ ਇਲੈਕਟ੍ਰੋਨ ਦੇਖ ਰਹੇ ਹੋ, ਇਹ ਉਹ ਇਲੈਕਟ੍ਰੋਨ ਨੇ ਜਿਹੜੇ ਕਿਸੇ ਹੋਰ ਤੱਤ ਨਾਲ ਬੰਧਨ ਬਣਾਉਣ 'ਚ ਸਹਾਇਤਾ ਕਰਦੇ ਨੇ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸੰਯੋਜਨ ਇਲੈਕਟ੍ਰੋਨ ਕਾਰਬਨ ਦੇ ਕੋਲ ਕਿੰਨੇ ਨੇ? 4। ਕਾਰਬਨ ਕੋਲ ਟੋਟਲ 4 ਸੰਯੋਜਨ ਇਲੈਕਟ੍ਰੋਨ ਨੇ। ਇਸ ਕਰਕੇ ਜਿਹੜਾ ਕਾਰਬਨ ਹੈ ਇਹ C4 ਨੈਗੇਟਿਵ ਮਤਲਬ ਕਿ ਰਿਨ ਆਇਨ ਵੀ ਬਣਾ ਸਕਦਾ ਹੈ ਤੇ ਇਹ ਧਨ ਆਇਨ ਵੀ ਬਣਾ ਸਕਦਾ ਹੈ, ਪਰ ਇਹ ਅਜਿਹਾ ਨਹੀਂ ਕਰਦਾ। ਜਿਹੜਾ ਆਪਣੇ ਕੋਲ ਬੇਟੇ ਕਾਰਬਨ ਹੈ ਇਹ ਅਜਿਹਾ ਨਹੀਂ ਕਰਦਾ। ਇਸ ਦਾ ਕਾਰਨ ਕੀ ਹੈ? ਕਿਉਂਕਿ ਜਿਹੜਾ ਕਾਰਬਨ ਹੈ ਇਹ ਨਾ ਤਾਂ C4 ਨੈਗੇਟਿਵ ਬਣਾਉਂਦਾ ਹੈ ਅਤੇ ਨਾ ਹੀ C4 ਪੋਜ਼ਿਟਿਵ ਬਣਾਉਂਦਾ ਹੈ। ਅਜਿਹਾ ਕਾਰਨ ਇਹ ਹੈ ਕਿ ਕਿਉਂਕਿ ਨਾ ਤਾਂ ਕਾਰਬਨ 4 ਇਲੈਕਟ੍ਰੋਨ ਛੱਡ ਸਕਦਾ ਹੈ ਅਤੇ ਨਾ ਹੀ 4 ਇਲੈਕਟ੍ਰੋਨ ਪ੍ਰਾਪਤ ਕਰ ਸਕਦਾ ਹੈ। ਇਸ ਲਈ ਕਾਰਬਨ ਸਹਿ ਸੰਯੋਜਨ ਬੰਧਨ ਬਣਾਉਂਦਾ ਹੈ। ਜਾਣਦੇ ਹਾਂ ਕਾਰਬਨ ਵਿੱਚ ਕਾਰਬਨ ਦੇ ਹੀ ਹੋਰ ਪਰਮਾਣੂਆਂ ਨਾਲ ਬੰਧਨ ਬਣਾਉਣ ਦੀ ਵਿਚਿੱਤਰ ਸਮਰੱਥਾ ਹੈ, ਜਿਸ ਨਾਲ ਇਹ ਵੱਡੀ ਸੰਖਿਆ ਵਿੱਚ ਅਣੂ ਬਣਦੇ ਹਨ। ਇਸ ਗੁਣ ਨੂੰ ਲੜੀ ਬੰਧਨ ਆਖਦੇ ਹਨ। ਇਹਨਾਂ ਯੌਗਿਕਾਂ ਵਿੱਚ ਕਾਰਬਨ ਦੀਆਂ ਲੰਬੀਆਂ ਲੜੀਆਂ, ਭਿੰਨ ਸ਼ਾਖਿਤ ਲੜੀਆਂ ਅਤੇ ਬੰਦ ਲੜੀਆਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਕਾਰਬਨ ਦੇ ਪਰਮਾਣੂ ਇਕਹਿਰੇ, ਦੂਰੇ, ਤੀਰੇ ਬੰਧਨ ਵੀ ਜੁੜੇ ਹੋ ਸਕਦੇ ਹਨ। ਕਾਰਬਨ ਪਰਮਾਣੂਆਂ ਵਿਚਕਾਰ ਕੇਵਲ ਇਕਹਿਰੇ ਬੰਧਨ ਨਾਲ ਜੁੜੇ ਕਾਰਬਨ ਦੇ ਯੌਗਿਕਾਂ ਨੂੰ ਸੰਤ੍ਰਿਪਤ ਯੌਗਿਕ ਕਹਿੰਦੇ ਹਨ। ਬੇਟੇ ਜਿਹੜੇ ਪਰਮਾਣੂ ਜਿਹੜੇ ਯੌਗਿਕ ਹੋਣਗੇ ਜਿਨ੍ਹਾਂ 'ਚ ਕਾਰਬਨ ਦੇ ਵਿੱਚ ਇਕਹਿਰਾ ਬੰਧਨ ਹੋਏਗਾ, ਉਹਨਾਂ ਨੂੰ ਸੰਤ੍ਰਿਪਤ ਯੌਗਿਕ ਕਹਿੰਦੇ ਹਨ। ਕਾਰਬਨ ਪਰਮਾਣੂਆਂ ਵਿਚਕਾਰ ਦੋਹਰੇ ਜਾਂ ਤੀਹਰੇ ਬੰਧਨ ਵਾਲੇ ਕਾਰਬਨ ਦੇ ਯੌਗਿਕਾਂ ਨੂੰ ਅਸੰਤ੍ਰਿਪਤ ਯੌਗਿਕ ਆਖਦੇ ਹਨ। ਕਾਰਬਨ ਦੇ ਯੌਗਿਕਾਂ ਵਿੱਚ ਜਿਸ ਸੀਮਾ ਤੱਕ ਲੜੀ ਬੰਧਨ ਦਾ ਗੁਣ ਹੈ ਉਹ ਹੋਰ ਕਿਸੇ ਤੱਤ ਵਿੱਚ ਨਹੀਂ ਹੈ। ਸਿਲੀਕਾਨ ਹਾਈਡਰੋਜਨ ਨਾਲ ਯੌਗਿਕ ਬਣਾਉਂਦਾ ਹੈ, ਜਿਨ੍ਹਾਂ ਵਿੱਚ 7 ਜਾਂ 8 ਪਰਮਾਣੂ ਤੱਕ ਦੀ ਲੜੀ ਹੁੰਦੀ ਹੈ, ਪਰ ਇਹ ਯੌਗਿਕ ਬਹੁਤ ਕਿਰਿਆਸ਼ੀਲ ਹਨ। ਕਾਰਬਨ ਬੰਧਨ ਬਹੁਤ ਮਜ਼ਬੂਤ ਹੁੰਦਾ ਹੈ, ਇਸੇ ਲਈ ਇਹ ਸਥਾਈ ਹੁੰਦਾ ਹੈ। ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਕਾਰਬਨ ਪਰਮਾਣੂਆਂ ਦੇ ਆਪਸ ਵਿੱਚ ਜੁੜੇ ਹੋਏ ਯੌਗਿਕ ਮਿਲਦੇ ਹਨ। ਕਾਰਬਨ ਦੀ ਸੰਯੋਜਕਤਾ 4 ਹੈ। ਦੇਖੋ ਬੱਚੇ, ਜਿਹੜਾ ਕਾਰਬਨ ਹੈ ਇਸ ਦੀ ਸੰਯੋਜਕਤਾ ਕਿੰਨੀ ਹੈ? 4। ਇਹ ਆਪਦੇ ਵਰਗੇ ਹੋਰ 4 ਦੇ ਨਾਲ ਬੰਧਨ ਬਣਾ ਸਕਦਾ ਹੈ, ਆਪਦੇ ਵਰਗੇ ਪਰਮਾਣੂਆਂ ਨਾਲ ਬਣਾ ਸਕਦਾ ਹੈ,
ਜਾਂ ਅਜਿਹੇ ਪਰਮਾਣੂ ਜਿਹੜੇ ਇਸ ਤਰ੍ਹਾਂ ਦੇ ਗੁਣ ਦੇ ਇਹਨਾਂ ਦੇ ਗੁਣ ਦੇ ਨੇੜੇ ਤੇੜੇ ਹੁੰਦੇ ਨੇ। ਅਤੇ ਕੁਝ ਹੋਰ ਸੰਯੋਜਕ ਤੱਤਾਂ ਦੇ ਪਰਮਾਣੂ ਨਾਲ ਬੰਧਨ ਕਰਨ ਦੀ ਸਮਰੱਥਾ ਹੈ। ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਸਲਫਰ, ਕਲੋਰੀਨ ਅਤੇ ਬਹੁਤ ਸਾਰੇ ਹੋਰ ਤੱਤਾਂ ਨਾਲ ਵੀ ਇਹ ਬੰਧਨ ਬਣਾ ਸਕਦਾ ਹੈ। ਵਧੇਰੇ ਕਰਕੇ ਤੱਤਾਂ ਦੇ ਨਾਲ ਕਾਰਬਨ ਦੁਆਰਾ ਬਣਾਏ ਗਏ ਬੰਧਨ ਬਹੁਤ ਮਜ਼ਬੂਤ ਹੁੰਦੇ ਹਨ, ਜਿਸ ਦੇ ਫਲਸਰੂਪ ਇਸ ਯੌਗਿਕ ਅਸਾਧਾਰਨ ਤੌਰ ਤੇ ਸਥਾਈ ਹੁੰਦੇ ਹਨ। ਕਾਰਬਨ ਦੁਆਰਾ ਪ੍ਰਬਲ ਬੰਧਨਾਂ ਦਾ ਨਿਰਮਾਣ ਦਾ ਇੱਕ ਕਾਰਨ ਇਸ ਦਾ ਛੋਟਾ ਆਕਾਰ ਵੀ ਹੈ। ਇਸ ਦੇ ਕਾਰਨ ਇਲੈਕਟ੍ਰੋਨਾਂ ਦੇ ਸਾਂਝੇ ਕੀਤੇ ਜੋੜਿਆਂ ਨੂੰ ਨਿਊਕਲੀਅਸ ਮਜ਼ਬੂਤੀ ਨਾਲ ਪਕੜ ਰੱਖਦਾ ਹੈ। ਵੱਡੇ ਪਰਮਾਣੂਆਂ ਵਾਲੇ ਤੱਤਾਂ ਤੋਂ ਬਣੇ ਬੰਧਨ ਤੁਲਨਾ ਵਿੱਚ ਬਹੁਤ ਕਮਜ਼ੋਰ ਹੁੰਦੇ ਹਨ। ਜਿਵੇਂ ਕਿ ਬੇਟੇ ਅਸੀਂ ਪੜ੍ਹਿਆ ਹੈ, ਜਿਹੜਾ ਕਾਰਬਨ ਹੈ ਇਹਦੇ ਵਿੱਚ ਦੋ ਤਰ੍ਹਾਂ ਦੇ ਗੁਣ ਨੇ। ਇੱਕ ਤਾਂ ਇਹ ਕਈ ਆਪਣੇ ਵਰਗੇ ਕਈ ਹੋਰ ਤੱਤਾਂ ਦੇ ਨਾਲ ਬੰਧਨ ਬਣਾ ਸਕਦਾ ਹੈ, ਜਿਵੇਂ ਕਿ ਅਸੀਂ ਪੜ੍ਹਿਆ ਇਹ ਲੜੀ ਬੰਧਨ ਬਣਾ ਸਕਦਾ ਹੈ। ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਆਪਣੇ ਕੋਲ ਇਸ ਜਿਹੜਾ ਆਪਣੇ ਕੋਲ ਇਹ ਇੱਕ ਚਿੱਤਰ ਬਣਿਆ ਹੈ, ਜਿਸ ਦੇ ਵਿੱਚ ਕਾਰਬਨ ਨੇ ਆਪਦੇ ਵਰਗੇ ਹੋਰ 5 ਕਾਰਬਨ ਨਾਲ ਬੰਧਨ ਬਣਾ ਰੱਖਿਆ, ਇਸ ਨੂੰ ਲੜੀ ਕਹਿੰਦੇ ਨੇ। ਪਿਆਰੇ ਬੱਚਿਓ, ਇੱਥੇ ਕੀ ਹੈ ਕਿ ਇੱਕ ਕਾਰਬਨ ਨੇ ਕੀ ਕੀਤਾ, ਦੂਸਰੇ ਕਾਰਬਨ ਨਾਲ ਬੰਧਨ ਬਣਾ ਰੱਖਿਆ ਹੈ, ਤੇ ਜਿਹੜਾ ਇਹ ਵਾਲਾ ਵਿਚਕਾਰਲਾ ਕਾਰਬਨ ਹੈ ਇਹਨੇ ਅੱਗੇ 3 ਕਾਰਬਨ ਨਾਲ ਬੰਧਨ ਬਣਾ ਰੱਖਿਆ, ਮਤਲਬ ਕਿ ਇੱਥੇ ਇਸ ਦੀਆਂ ਸ਼ਿਖਾਵਾਂ ਫੁੱਟ ਚੁੱਕੀਆਂ ਨੇ। ਤੇ ਇਸ ਤਰ੍ਹਾਂ ਦੀ ਜਿਹੜੀ ਆਪਣੇ ਕੋਲ ਸੰਰਚਨਾ ਬਣਦੀ ਹੈ ਉਸ ਨੂੰ ਲੜੀ ਸੰਰਚਨਾ ਕਹਿੰਦੇ ਨੇ। ਇਸ ਤਰ੍ਹਾਂ ਜਿਹੜਾ ਕਾਰਬਨ ਦੇ ਵਿੱਚ ਦੂਰਾ ਬੰਧਨ ਵੀ ਬਣ ਸਕਦਾ ਹੈ, ਜਿਵੇਂ ਕਿ ਇੱਥੇ ਆਪਣੇ ਕੋਲ ਇਹ ਇੱਕ ਰਿੰਗ ਬਣੀ ਹੋਈ ਹੈ, ਜਿਹਦੇ 'ਚ ਜਿਹੜਾ ਕਾਰਬਨ ਹੈ ਇਹ ਗੋਲ ਇੱਕ ਦੂਸਰੇ ਨਾਲ ਬੰਧਨ ਦੇ ਵਿੱਚ ਜੁੜੇ ਹੋਏ ਨੇ। ਤੇ ਇਹ ਜਿਹੜੀ ਇਹ ਗੁਣ ਨੇ, ਇਸ ਕਰਕੇ ਜਿਹੜਾ ਕਾਰਬਨ ਹੈ ਇਸ ਦੀ ਜਿਹੜੀ ਬਹੁਮੁਖੀ ਪ੍ਰਕਿਰਤੀ ਹੈ। ਤੁਸੀਂ ਦੋ ਚੀਜ਼ਾਂ ਯਾਦ ਰੱਖਣੀਆਂ ਨੇ, ਇੱਕ ਤਾਂ ਇਹਦੇ ਵਿੱਚ ਲੜੀ ਬੰਧਨ ਦਾ ਗੁਣ ਹੈ, ਇਹ ਆਪਦੇ ਵਰਗੇ ਕਈ ਪਰਮਾਣੂ ਨਾਲ ਬੰਧਨ ਬਣਾ ਸਕਦਾ ਹੈ। ਦੂਸਰਾ ਇਸ ਦੀ 4 ਸੰਯੋਜਕਤਾ ਹੈ, ਮਤਲਬ ਕਿ 4 ਸੰਯੋਜਕਤਾ ਹੈ, ਇਹ ਆਪਦੇ ਵਰਗੇ ਮਤਲਬ ਕਿ ਆਪਦੇ ਨਾਲ 4 ਹੋਰ ਤੱਤਾਂ ਨਾਲ ਬੰਧਨ ਬਣਾ ਸਕਦਾ ਹੈ।